TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 346ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਪੂਰਵਕ ਸਤਿਕਾਰ ਭੇਂਟ ਕਰਦੇ ਹਾਂ। ਤੇ ਆਓ ਸੰਖੇਪ ਦੇ ਵਿੱਚ ਅੱਜ ਕਿਹੜੀਆਂ ਖਬਰਾਂ ਹੋਣਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂ। ਕਿਉਂ ਨਹੀਂ ਹੋਇਆ ਕਿਸਾਨੀ ਅੰਦੋਲਨ ਖਤਮ, ਕਿੱਥੋਂ ਤੇ ਕਿਵੇਂ ਵਿਗੜੀ ਖੇਡ, ਜਾਣਕਾਰੀ ਸਾਂਝੀ ਕਰਾਂਗੇ। 2.5 ਸਾਲਾ ਮਾਸੂਮ ਨਾਲ ਜਬਰ ਜਨਾਹ ਦੇ ਦੋਸ਼ੀ ਨੂੰ 29 ਦਿਨਾਂ ਵਿੱਚ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ। 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਇੱਕ ਹੋਰ ਮਾਮਲੇ ਵਿੱਚ ਸੱਜਣ ਕੁਮਾਰ ਵਿਰੁੱਧ ਦੋਸ਼ ਹੋਏ ਤੈਅ। ETT ਟੈਟ ਪਾਸ ਅਧਿਆਪਕ ਯੂਨੀਅਨ ਨੇ ਸਿੱਖਿਆ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪੱਕਾ ਮੋਰਚਾ ਲਾਉਣ ਦਾ ਕੀਤਾ ਐਲਾਨ। ਅਤੇ ਜਾਂਚ ਟੀਮ ਦੀ ਸਖਤੀ ਦੇਖ ਡੇਰਾ ਪ੍ਰਬੰਧਕਾਂ ਨੇ ਹਾਈ ਕੋਰਟ ਦਾ ਖੜਕਾਇਆ ਦਰਵਾਜ਼ਾ। ਦੋਸਤੋ, ਇਹ ਕੁਝ ਜਾਣਕਾਰੀਆਂ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਕੀਤੀਆਂ ਜਾਣਗੀਆਂ। ਇਹਦੇ ਤੋਂ ਪਹਿਲਾਂ ਕਿ ਸਾਰੀਆਂ ਜਾਣਕਾਰੀਆਂ ਵਿਸਥਾਰ ਦੇ ਨਾਲ ਤੁਹਾਡੇ ਰੂਬਰੂ ਕਰਦੇ ਹਾਂ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪ੍ਰੋਗਰਾਮ ਵੇਖਣ ਸੁਣਨ ਤੋਂ ਬਾਅਦ ਜੇਕਰ ਚੰਗਾ ਲੱਗਿਆ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ, ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਨੇ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਰੋਜ਼ਾਨਾ ਤੁਹਾਡੇ ਲਈ 2 ਪ੍ਰੋਗਰਾਮ ਰੈਗੂਲਰ ਪੇਸ਼ ਕੀਤੇ ਜਾਂਦੇ ਨੇ। ਇੱਕ ਆਪਣਾ ਇਹ ਪ੍ਰੋਗਰਾਮ ਦਾ ਬੈਨੀਪਾਲ ਸ਼ੋਅ, ਦੂਸਰਾ ਪ੍ਰੋਗਰਾਮ ਲਾਈਵ ਪੇਸ਼ ਕੀਤਾ ਜਾਂਦਾ ਹੈ ਵੈਨਕੂਵਰ ਦੇ ਸਮੇਂ ਦੇ ਮੁਤਾਬਕ ਸਵੇਰੇ 6:30 ਵਜੇ, ਜਦੋਂ ਕਿ ਭਾਰਤ ਵਿੱਚ ਪੰਜਾਬ ਦੇ ਸਮੇਂ ਦੇ ਅਨੁਸਾਰ ਰਾਤ ਦੇ 8 ਵਜੇ ਲਾਈਵ ਟੈਲੀਕਾਸਟ ਕੀਤਾ ਜਾਂਦਾ ਹੈ। ਕਿਰਪਾ ਕਰਕੇ ਦੋਵੇਂ ਪ੍ਰੋਗਰਾਮਾਂ ਨੂੰ ਵੇਖਿਆ ਕਰੋ। ਚੰਗੇ ਲੱਗਣ ਤਾਂ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ। ਤੇ ਆਓ ਕਿਸਾਨੀ ਅੰਦੋਲਨ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਦਿੱਲੀ ਦੀਆਂ ਸਰਹੱਦਾਂ ਤੇ ਚੱਲ ਰਿਹਾ ਕਿਸਾਨ ਅੰਦੋਲਨ 26 ਨਵੰਬਰ ਨੂੰ ਪੂਰਾ 1 ਵਰ੍ਹਾ ਹੋ ਚੁੱਕਿਆ ਹੈ। ਕਿਸਾਨੀ ਕਾਨੂੰਨ ਸਨ ਜਿਹੜੇ ਖੇਤੀ ਸੁਧਾਰ ਕਾਨੂੰਨ, ਉਹ ਰੱਦ ਕਰ ਦਿੱਤੇ ਜਾ ਚੁੱਕੇ ਨੇ। ਪਰ ਲੱਗਦਾ ਸੀ ਕਿ ਮੰਗਲਵਾਰ ਵਾਲਾ ਦਿਨ ਇਸ ਅੰਦੋਲਨ ਦਾ ਆਖਰੀ ਦਿਨ ਜਾਂ ਸਮਾਪਤੀ ਵਾਲਾ ਦਿਨ ਹੋਏਗਾ, ਖਤਮ ਕਰ ਦਿੱਤਾ ਜਾਏਗਾ। ਲਗਭਗ ਇਸ ਮਸਲੇ ਦੀ ਅੰਦਰ ਖਾਤੇ ਤਿਆਰੀ ਵੀ ਹੋ ਚੁੱਕੀ ਸੀ। ਪਰ ਕੀ ਕਰ ਰਿਹਾ ਕਿ ਇਹ ਅੰਦੋਲਨ ਸਮਾਪਤ ਹੋਣ ਦਾ ਐਲਾਨ ਨਾ ਹੋ ਸਕਿਆ, ਇਹ ਵਿਸਥਾਰ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਕਿਉਂਕਿ ਐਨ ਮੌਕੇ ਕੇਂਦਰ ਸਰਕਾਰ ਨੇ ਇੱਕ ਚਿੱਠੀ ਭੇਜਤੀ, ਇੱਕ ਪ੍ਰਸਤਾਵ ਭੇਜ ਦਿੱਤਾ। ਉਹਦੇ ਵਿੱਚ ਇੱਕ ਸ਼ਰਤ ਸੀ। ਦਰਅਸਲ ਉਹ ਸ਼ਰਤ ਨੇ ਸਾਰੀ ਖੇਡ ਵਿਗਾੜ ਕੇ ਰੱਖ ਦਿੱਤੀ। ਕਿਸਾਨੀ ਅੰਦੋਲਨ ਦੇ 375ਵੇਂ ਦਿਨ ਕੇਂਦਰ ਸਰਕਾਰ ਨੇ ਜਿਹੜਾ ਇਹ ਪ੍ਰਸਤਾਵ ਭੇਜਿਆ, ਇੱਕ ਚਿੱਠੀ ਭੇਜੀ ਜਿਸ ਦੇ ਵਿੱਚ ਕਿਹਾ ਗਿਆ ਕਿ ਅੰਦੋਲਨ ਵਾਪਸ ਕਰ ਦਿਓ, ਆਪੋ ਆਪਣੇ ਘਰਾਂ ਨੂੰ ਪਰਤ ਜਾਓ ਅਤੇ ਵਾਪਸੀ ਤੋਂ ਤਤਕਾਲ ਰੂਪ ਵਿੱਚ ਯੂਪੀ 'ਚ, ਹਰਿਆਣਾ 'ਚ ਜਿੱਥੇ ਵੀ ਕਿਸਾਨਾਂ ਤੇ ਕੇਸ ਦਰਜ ਹੋਏ ਨੇ, ਉਹ ਬਾਅਦ ਦੇ ਵਿੱਚ ਕੇਸ ਵਾਪਸ ਲੈ ਲਏ ਜਾਣਗੇ। ਬਸ ਕਹਾਣੀ, ਬਸ ਖੇਡ ਇੱਥੋਂ ਵਿਗੜ ਗਈ। ਇਹਦੇ ਪਿੱਛੇ ਕਿਸਾਨ ਜਿਹੜੇ ਬੈਠੇ ਨੇ ਇਸ ਵਕਤ ਮੋਰਚਾ ਗੱਡ ਕੇ, ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਆਗੂ ਨੇ, ਉਹਨਾਂ ਨੇ ਕੁਝ ਤਾਜ਼ਾ ਉਦਾਹਰਨਾਂ ਵੀ ਦਿੱਤੀਆਂ। ਉਹ ਕਹਿੰਦੇ ਹਰਿਆਣਾ 'ਚ ਜਾਟ ਅੰਦੋਲਨ ਚੱਲਿਆ, ਮੱਧ ਪ੍ਰਦੇਸ਼ ਤੇ ਮੰਦਸੌਰ ਦਾ ਗੋਲੀ ਕਾਂਡ, ਉਹਦੇ ਹਵਾਲੇ ਦਿੱਤੇ ਸੰਯੁਕਤ ਕਿਸਾਨ ਮੋਰਚੇ ਨੇ। ਤੇ ਨਾਲ ਕੇਂਦਰ ਸਰਕਾਰ ਨੂੰ 2 ਟੁਕ ਜਵਾਬ ਦੇ ਦਿੱਤਾ ਕਿ ਤੁਹਾਡੀ ਆਹ ਸ਼ਰਤ ਸਾਨੂੰ ਮਨਜ਼ੂਰ ਨਹੀਂ। ਦੱਸਣਾ ਬਣਦਾ ਕਿ ਹਰਿਆਣਾ 'ਚ ਚੱਲਿਆ ਸੀ ਜਾਟ ਅੰਦੋਲਨ ਅਤੇ ਮੰਦਸੌਰ ਮੱਧ ਪ੍ਰਦੇਸ਼ ਦੇ ਵਿੱਚ ਗੋਲੀ ਕਾਂਡ, ਜਿਸ ਦੇ ਵਿੱਚ ਦਰਜਨਾਂ ਕਿਸਾਨਾਂ ਤੇ ਕੇਸ ਦਰਜ ਹੋ ਗਏ ਸੀ। ਤੇ ਉਸ ਵਕਤ ਦੀਆਂ ਸੂਬਾ ਸਰਕਾਰਾਂ ਨੇ ਕੇਸ ਵਾਪਸ ਲੈਣ ਦਾ ਐਲਾਨ ਵੀ ਕੀਤਾ ਸੀ, ਜਿਹਦੇ ਤੋਂ ਬਾਅਦ ਅੰਦੋਲਨ ਸਮਾਪਤ ਕਰ ਦਿੱਤੇ ਗਏ। ਅੰਦੋਲਨ ਸਮਾਪਤ ਹੋ ਗਏ। ਸਮਾਪਤੀ ਤੋਂ ਬਾਅਦ ਹੋਇਆ ਬਿਲਕੁਲ ਉਲਟ। ਇਹ ਦੋਵੇਂ ਰਾਜਾਂ ਦੇ ਵਿੱਚ ਕੇਸ ਵਾਪਸ ਨਹੀਂ ਕੀਤੇ ਗਏ ਤੇ ਅੱਜ ਵੀ ਦੋਵੇਂ ਸੂਬਿਆਂ ਦੇ ਵਿੱਚ ਕਿਸਾਨ ਤਰੀਕਾਂ ਭੁਗਤ ਰਹੇ ਨੇ। ਦਿੱਲੀ ਦੀ ਸਰਹੱਦ ਤੇ ਵੀ ਕਿਸਾਨ ਬੈਠੇ ਹੈ। ਮੰਗਲਵਾਰ ਵਾਲੇ ਦਿਨ ਉਡੀਕ ਕੀਤੀ ਜਾ ਰਹੀ ਸੀ ਕਿ ਸ਼ਾਇਦ ਘਰ ਵਾਪਸੀ ਦਾ ਐਲਾਨ ਹੋ ਜਾਵੇ, ਪਰ ਜਿਹੜੀ ਸ਼ਰਤ ਦਾ ਮੈਂ ਤੁਹਾਡੇ ਨਾਲ ਜ਼ਿਕਰ ਕਰ ਰਿਹਾ, ਉਹਨੇ ਸਾਰਾ ਪੇਚ ਫਸਾ ਕੇ ਰੱਖ ਦਿੱਤਾ। ਦੱਸਣਾ ਬਣਦਾ ਕਿ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਹੋਈ। ਮੀਟਿੰਗ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਭੇਜੀ ਚਿੱਠੀ ਅਤੇ ਪ੍ਰਸਤਾਵ ਤੇ ਚਿੰਤਨ ਮੰਥਨ ਕੀਤਾ ਗਿਆ ਅਤੇ ਅੰਤ ਵਿੱਚ ਕੇਂਦਰ ਸਰਕਾਰ ਨੂੰ ਆਪਣੇ ਉਸ ਪ੍ਰਸਤਾਵ ਦੇ ਉੱਤੇ ਸੋਧ ਕਰਨ ਤੇ ਗੌਰ ਕਰਨ ਦਾ ਸਮਾਂ ਦੇ ਦਿੱਤਾ ਗਿਆ। ਤੇ ਅੱਜ ਬਾਅਦ ਦੁਪਹਿਰ 2 ਵਜੇ ਫਿਰ ਮੀਟਿੰਗ ਹੋਣੀ ਹੈ ਤੇ ਮੀਟਿੰਗ ਤੱਕ ਲਈ ਇਹ ਸਾਰਾ ਕੁਝ ਢਾਲ ਦਿੱਤਾ ਗਿਆ। ਆਗੂਆਂ ਦਾ ਕਹਿਣਾ ਸੀ ਕਿ ਪੁਲਿਸ ਕੇਸ ਵਾਪਸੀ ਲਈ ਸਰਕਾਰ ਕੋਈ ਸਮਾਂ ਸੀਮਾ ਤੈਅ ਕਰੇ। ਸਿਰਫ ਆ ਪ੍ਰਸਤਾਵਤ ਜਿਹੜੀ ਇੱਕ ਚਿੱਠੀ 'ਚ ਲਿਖ ਕੇ ਭੇਜ ਦਿੱਤਾ
ਕਿ ਤੁਸੀਂ ਵਾਪਸ ਚਲੇ ਜਾਓ ਤੇ ਕੇਸ ਵਾਪਸ ਲੈ ਜਾਣਗੇ, ਇਹਦੇ ਨਾਲ ਗੱਲ ਬਣਨੀ ਨਹੀਂ। ਇਸ ਕਰਕੇ ਇਸ ਪ੍ਰਸਤਾਵ ਤੇ ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਸਪਸ਼ਟੀਕਰਨ ਮੰਗ ਲਿਆ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਹਰਿਆਣਾ ਦੇ ਵਿੱਚ ਸਾਲ 2016 ਦੇ ਵਿੱਚ ਜਾਟ ਅੰਦੋਲਨ ਹੋਇਆ ਸੀ। ਰੋਹਤਕ ਦੇ ਵਿੱਚ ਭੰਨ ਤੋੜ ਵੀ ਹੋਈ ਤੇ ਸਾੜ ਫੂਕ ਦੀਆਂ ਘਟਨਾਵਾਂ ਵੀ ਵਾਪਰੀਆਂ ਸੀ, ਜਿਸ ਤੋਂ ਬਾਅਦ ਬਹੁਤ ਸਾਰੇ ਲੋਕ ਸੀ ਜਿਹੜੇ ਹਰਿਆਣਾ ਨਾਲ ਸੰਬੰਧਿਤ ਸਨ, ਉਹਨਾਂ ਤੇ ਦੇਸ਼ ਧਰੋਹ ਤੱਕ ਦੇ ਮੁਕੱਦਮੇ ਦਰਜ ਕਰ ਦਿੱਤੇ ਸੀ। ਇਹਨਾਂ ਵਿੱਚੋਂ 70 ਕੇਸ CBI ਦੇ ਕੋਲ ਨੇ, ਉਹ ਚੱਲ ਰਹੇ ਨੇ, ਜਦ ਕਿ ਕਈ ਕੇਸ ਜ਼ਿਲ੍ਹਾ ਅਦਾਲਤਾਂ ਦੇ ਵਿੱਚ ਹਾਲੇ ਵੀ ਪੈਂਡਿੰਗ ਪਏ ਨੇ। ਇੱਥੋਂ ਤੱਕ ਕਿ ਕਈ ਲੋਕਾਂ ਦੀ ਹਾਲੇ ਤੱਕ ਉਹਨਾਂ ਕੇਸਾਂ ਦੇ ਵਿੱਚ ਜ਼ਮਾਨਤ ਵੀ ਨਹੀਂ ਹੋ ਸਕੀ। ਤੇ ਹਰਿਆਣਾ ਸਰਕਾਰ ਦੇ ਵੱਲੋਂ ਗਠਿਤ ਕਮੇਟੀ ਦੀ ਰਿਪੋਰਟ ਦੇ ਅਨੁਸਾਰ ਹਰਿਆਣਾ ਦੇ ਜਾਟ ਅੰਦੋਲਨ ਦੌਰਾਨ ਤਕਰੀਬਨ 3000 ਕੇਸ ਹਾਲੇ ਵੀ ਪੈਂਡਿੰਗ ਪਏ ਹੈ। ਫਿਰ ਜੇ 2016 ਵਾਲੇ ਕੇਸ ਪੈਂਡਿੰਗ ਪਏ ਹੈ, ਸਰਕਾਰ ਨੇ ਕਿਹਾ ਸੀ ਕਿ ਤੁਸੀਂ ਅੰਦੋਲਨ ਵਾਪਸ ਲੈ ਲਓ ਤੇ ਅਸੀਂ ਕੇਸ ਵਾਪਸ ਲੈ ਲਾਂਗੇ। ਉਹ ਹਵਾਲੇ ਕਿਸਾਨ ਆਗੂ ਨੇ ਸਾਹਮਣੇ ਰੱਖ ਕੇ ਦਿੱਤੇ ਹੈ ਕਿ ਹੁਣ ਦੁਬਾਰਾ ਠੱਗੀ ਨਹੀਂ ਸਾਡੇ ਨਾਲ ਕੀਤੀ ਜਾ ਸਕਦੀ। ਮੈਂ ਇਹ ਵੀ ਦੱਸ ਦਿਆਂ ਕਿ ਉਸ ਜਾਟ ਅੰਦੋਲਨ ਵਾਲੇ ਕੇਸਾਂ ਦੇ ਵਿੱਚ ਹਾਲੇ ਵੀ ਲੋਕ ਤਰੀਕਾਂ ਭੁਗਤ ਰਹੇ ਨੇ। ਹਰਿਆਣੇ ਦੇ ਕਿਸਾਨ ਆਗੂ ਨੇ ਗੁਰਨਾਮ ਸਿੰਘ ਚੜੂਨੀ, ਉਹਨਾਂ ਨੇ ਵੀ ਸਪਸ਼ਟ ਕਰ ਦਿੱਤਾ ਕਿ ਜਦੋਂ ਤੱਕ ਕੇਸ ਵਾਪਸ ਨਹੀਂ, ਉਦੋਂ ਤੱਕ ਘਰ ਵਾਪਸੀ ਨਹੀਂ, ਉਦੋਂ ਤੱਕ ਅੰਦੋਲਨ ਚੱਲਦਾ ਰਹੇਗਾ। ਜਾਟ ਅੰਦੋਲਨ ਵਾਂਗ ਕਹਿੰਦੇ ਹੁਣ ਅਸੀਂ ਸਜ਼ਾ ਦੁਬਾਰਾ ਭੁਗਤਣੀ ਨਹੀਂ ਚਾਹੁੰਦੇ। ਫਿਰ ਇੱਥੇ ਇਹ ਵੀ ਗੱਲ ਦੱਸਣ ਵਾਲੀ ਹੈ ਕਿ ਹਰਿਆਣਾ ਦੇ ਵਿੱਚ ਤਕਰੀਬਨ 48000 ਕਿਸਾਨਾਂ ਦੇ ਉੱਤੇ ਮੁਕੱਦਮੇ ਦਰਜ ਕੀਤੇ ਗਏ ਆ। ਇਸੇ ਤਰ੍ਹਾਂ ਦਿੱਲੀ ਦੇ ਵਿੱਚ ਵੀ ਸੈਂਕੜੇ ਕੇਸ ਦਰਜ ਕੀਤੇ ਗਏ ਆ। ਜੇਕਰ ਉਹ ਕਹਿੰਦੇ ਅੰਦੋਲਨ ਅਸੀਂ ਸਮਾਪਤ ਕਰ ਦਿੱਤਾ, ਫਿਰ ਬਾਅਦ ਦੇ ਵਿੱਚ ਜੇਕਰ ਕਿਸਾਨਾਂ ਦੇ ਉੱਤੇ ਪਰਚੇ ਮੁਕੱਦਮੇ ਜਿਉਂ ਦੀ ਤਿਉਂ ਰਹੇ, ਕੌਣ ਵਾਲੀ ਵਾਰਸ ਹੈ? ਕਿਸੇ ਨੇ ਸੁਣਵਾਈ ਨਹੀਂ ਕਰਨੀ। ਇਸ ਤਰ੍ਹਾਂ ਮੈਂ ਮੰਦਸੌਰ ਦੀ ਘਟਨਾ ਦਾ ਜ਼ਿਕਰ ਕਰ ਰਿਹਾ। ਮੰਦਸੌਰ ਮੱਧ ਪ੍ਰਦੇਸ਼ 'ਚ ਪੈਂਦਾ ਹੈ। ਉੱਥੇ ਵੀ ਜੂਨ 2019 'ਚ ਗੋਲੀकांड ਵਾਪਰਿਆ ਸੀ। ਗੋਲੀ ਪੁਲਿਸ ਨੇ ਚਲਾਈ ਸੀ, 6 ਕਿਸਾਨਾਂ ਦੀ ਮੌਤ ਹੋ ਗਈ ਸੀ। ਮੱਧ ਪ੍ਰਦੇਸ਼ ਦੇ ਨਾਲ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਨੇ ਸ਼ਿਵ ਕੁਮਾਰ ਕੱਕਾ ਜੀ ਨੇ ਕਿਹਾ ਕਿ ਮੰਦਸੌਰ ਗੋਲੀकांड ਦੇ ਵਿੱਚ 12 ਕਿਸਾਨਾਂ ਨੂੰ ਗੋਲੀ ਲੱਗੀ ਸੀ, ਜਿਨ੍ਹਾਂ ਵਿੱਚੋਂ 6 ਕਿਸਾਨ ਸ਼ਹੀਦ ਹੋ ਗਏ ਸੀ। ਸਰਕਾਰ ਨੇ 7 ਦਿਨ ਦੇ ਅੰਦਰ ਅੰਦਰ 1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ। ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਅਤੇ ਜ਼ਖਮੀਆਂ ਨੂੰ 25-25 ਹਜ਼ਾਰ ਰੁਪਏ। ਉਸ ਵਕਤ ਉਹ ਕਹਿੰਦੇ ਮੱਧ ਪ੍ਰਦੇਸ਼ ਦੇ ਵਿੱਚ ਕਮਲਨਾਥ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੀ। ਪਰ ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਅੰਦਰ ਤਤਕਾਲੀਨ ਗ੍ਰਹਿ ਮੰਤਰੀ ਨੇ ਐਲਾਨ ਕੀਤਾ ਕਿ ਸਾਰੇ ਕੇਸ ਵਾਪਸ ਲੈ ਰਹੇ ਹਾਂ। ਉਹਦੇ ਤੋਂ ਬਾਅਦ ਕਹਿੰਦੇ ਹੁੰਦਾ ਕੀ ਹੈ, ਜੋਤੀ ਰਾਏ ਦਿੱਤੀ ਸਿੰਧੀਆ, ਉਹਨਾਂ ਦੀ ਬਦੌਲਤ ਤਖਤਾ ਪਲਟ ਦਿੱਤਾ ਜਾਂਦਾ ਹੈ। ਭਾਜਪਾ ਦੀ ਅਗਵਾਈ ਵਾਲੀ ਸੂਬੇ ਸਰਕਾਰ ਬਣ ਜਾਂਦੀ ਹੈ, ਜਿਸ ਕਾਰਨ ਕਮਲਨਾਥ ਦੀ ਅਗਵਾਈ ਵਾਲੀ ਸਰਕਾਰ ਨੇ ਜਿਹੜੇ ਐਲਾਨ ਕੀਤੇ ਸੀ ਉਹ ਐਲਾਨ ਹਵਾ ਹੋ ਗਏ। ਤੇ ਅੱਜ ਵੀ ਮੰਦਸੌਰ ਦੀ ਉਸ ਘਟਨਾ ਦੇ ਕਾਰਨ ਕਿਸਾਨ ਸਜ਼ਾਵਾਂ ਭੁਗਤ ਰਹੇ ਨੇ, ਕੇਸ ਭੁਗਤ ਰਹੇ ਨੇ। ਅੰਦੋਲਨ ਖਤਮ ਹੋ ਗਿਆ। ਉਹ ਕਹਿੰਦੇ ਅੰਦੋਲਨ ਤੋਂ ਬਾਅਦ ਜਦੋਂ ਸਮਾਪਤੀ ਹੋ ਜਾਂਦੀ ਹੈ, ਸਰਕਾਰਾਂ ਦੇ ਰਵੱਈਏ ਬਦਲ ਜਾਂਦੇ ਨੇ। ਉਹ ਕਹਿੰਦੇ ਹੁਣ ਜੇਕਰ ਕਿਸਾਨ ਮੋਰਚਾ ਸਮਾਪਤ ਕਰਕੇ ਚਲੇ ਜਾਂਦੇ ਨੇ ਤਾਂ ਕਿਤੇ ਮੰਦਸੌਰ ਤੇ ਜਾਟ ਅੰਦੋਲਨ ਵਾਲੀ ਘਟਨਾ ਫਿਰ ਸਾਡੇ ਸਾਹਮਣੇ ਨਾ ਆ ਜਾਏ। ਇਸ ਕਰਕੇ ਅੰਦੋਲਨ ਉਨੀ ਦੇਰ ਤੱਕ ਵਾਪਸ ਨਹੀਂ ਹੋਏਗਾ, ਉਨੀ ਦੇਰ ਤੱਕ ਸਮਾਪਤ ਨਹੀਂ ਹੋਏਗਾ ਜਦੋਂ ਤੱਕ ਕੇਂਦਰ ਸਰਕਾਰ ਸਾਨੂੰ ਭਰੋਸਾ ਨਹੀਂ ਦਿੰਦੀ। ਹੁਣ ਤੁਸੀਂ ਦੇਖੋ ਕਿ ਠੋਸ ਵਿਸ਼ਵਾਸ ਦਿਵਾਇਆ ਜਾਣਾ ਬੜਾ ਲਾਜ਼ਮੀ ਹੈ। ਉਹ ਕਹਿੰਦੇ ਇਹਦੇ ਲਈ ਸੂਬਾ ਸਰਕਾਰਾਂ ਨੂੰ ਵੀ, ਇਹਦੇ ਲਈ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਲਿਖਤੀ ਰੂਪ ਵਿੱਚ ਕੇਂਦਰ ਸਰਕਾਰ ਆਦੇਸ਼ ਦੇਵੇ। ਇਸੇ ਤਰ੍ਹਾਂ MSP ਵਾਲਾ, ਉਹ ਕਹਿੰਦੇ MSP ਤੇ ਜਿਹੜੀ ਕਮੇਟੀ ਹੈ ਉਹਦੇ ਵਿੱਚ ਜਿਹੜੇ ਖੇਤੀ ਕਾਨੂੰਨਾਂ ਦਾ ਸਮਰਥਨ ਕਰ ਚੁੱਕੇ ਸੰਗਠਨ ਨੇ, ਉਹਨਾਂ ਦੇ ਪ੍ਰਤੀਨਿਧੀ ਸ਼ਾਮਲ ਨਹੀਂ ਹੋਣੇ ਚਾਹੀਦੇ। ਇਸੇ ਤਰੀਕੇ ਨਾਲ ਉਹ ਕਹਿੰਦੇ ਜਿਨ੍ਹਾਂ ਨੇ ਜਾਨ ਗਵਾਈ ਹੈ ਇਸ ਅੰਦੋਲਨ ਦੇ ਦੌਰਾਨ, ਉਹਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ, ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਜਿਸ ਤਰ੍ਹਾਂ ਪੰਜਾਬ ਮਾਡਲ ਹੈ, ਪੰਜਾਬ ਮਾਡਲ ਨੂੰ ਅਡਾਪਟ ਕੀਤਾ ਜਾਵੇ। ਆ ਕੁਝ ਕੁ ਕਾਰਨ ਨੇ ਜਿਸ ਦੇ ਕਾਰਨ ਬੀਤੇ ਕੱਲ ਮੰਗਲਵਾਰ ਨੂੰ ਕੇਂਦਰ ਸਰਕਾਰ ਵੱਲੋਂ ਭੇਜੀ ਚਿੱਠੀ, ਉਹਦੇ ਤੋਂ ਬਾਅਦ ਕਿਸਾਨ ਅੰਦੋਲਨ ਦੀ ਸਮਾਪਤੀ ਦਾ ਜੋ ਐਲਾਨ ਹੋ ਜਾਣਾ ਸੀ ਹੁੰਦਾ ਬਚਿਆ। ਹੁਣ ਵੇਖਦੇ ਹਾਂ ਕਿ ਅੱਜ ਦੀ ਮੀਟਿੰਗ ਵਿੱਚ ਕੀ ਫੈਸਲਾ ਲਿਆ ਜਾਂਦਾ ਹੈ ਅਤੇ ਕੇਂਦਰ ਸਰਕਾਰ ਨੂੰ ਜਿਹੜਾ ਸਪਸ਼ਟੀਕਰਨ ਮੰਗਿਆ ਉਧਰੋਂ ਕੀ ਸਪਸ਼ਟੀਕਰਨ ਆਉਂਦਾ ਹੈ, ਤੇ ਕਿਸੇ ਵਕਤ ਵੀ ਕੇਂਦਰ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਵੱਡੀ ਖਬਰ ਕੋਈ ਮਿਲ ਸਕਦੀ ਹੈ, ਕਿਉਂਕਿ ਤਕਰੀਬਨ ਗੱਲਬਾਤ ਬਹੁਤ ਨੇੜੇ ਲੱਗ ਚੁੱਕੀ ਹੈ। ਅਗਲੀ ਜਿਹੜੀ ਖਬਰ ਹੈ ਬਹੁਤ ਵੱਡੀ ਖਬਰ ਹੈ ਔਰ ਅੱਤ ਦਰਜੇ ਦੀ ਘਿਨਾਉਣੀ ਹਰਕਤ ਨਾਲ ਸੰਬੰਧਿਤ ਖਬਰ ਹੈ। ਇੱਕ ਵਿਅਕਤੀ ਅਸ਼ਲੀਲ ਫਿਲਮਾਂ ਦੇਖਣ ਦਾ ਉਸਨੂੰ ਆਪਣੇ ਮੋਬਾਈਲ ਫੋਨ ਤੇ ਆਪਾਂ ਇਹ ਆਖ ਲਈਏ ਕਿ ਮਾੜੀ ਆਦਤ ਪੈ ਚੁੱਕੀ ਸੀ।
ਦੀਵਾਲੀ ਵਾਲਾ ਦਿਨ ਸੀ। 2.5 ਵਰਿਆਂ ਦੀ ਇੱਕ ਬਾਲੜੀ ਮਾਸੂਮ, ਜਿਸ ਨੂੰ ਇਹ ਨਹੀਂ ਪਤਾ ਕਿ ਦੁਨੀਆਦਾਰੀ ਹੁੰਦੀ ਕੀ ਹੈ, ਉਹਨੂੰ ਅਗਵਾ ਕਰਦਾ ਹੈ। ਅਗਵਾ ਕਰਕੇ ਉਹਦੇ ਨਾਲ ਜ਼ਬਰ ਜਨਾਹ ਕਰਦਾ ਹੈ ਤੇ ਜ਼ਾਲਮਾਨਾ ਤਰੀਕੇ ਨਾਲ ਉਹਦੀ ਹੱਤਿਆ ਕਰ ਦਿੰਦਾ ਹੈ। ਤੇ ਇਸ ਸਾਰੇ ਘਟਨਾਕ੍ਰਮ ਦੇ ਦੋਸ਼ੀ ਨੂੰ, ਜਿਸ ਦਾ ਨਾਮ ਗੁੱਡੂ ਮਧੇਸ਼ ਯਾਦਵ ਦੱਸਿਆ ਜਾ ਰਿਹਾ ਹੈ, ਸੂਰਤ ਦੀ ਪੋਕਸੋ ਅਦਾਲਤ ਨੇ ਕੱਲ ਮੰਗਲਵਾਰ ਵਾਲੇ ਦਿਨ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ। ਮਾਣਯੋਗ ਅਦਾਲਤ ਨੇ ਦਰਅਸਲ ਇਸ ਕੇਸ ਨੂੰ ਅਤ ਦੁਰਲਭ ਮਾਮਲਾ ਦੱਸਿਆ। ਦੁਰਲਭ ਹੈ ਹੀ ਹੈ, ਕਿਉਂਕਿ 2.5 ਵਰਿਆਂ ਦੀ ਬਾਲੜੀ ਆਪਣੇ ਆਪ ਦੇ ਵਿੱਚ ਅਤ ਮੰਦਭਾਗੀ ਘਟਨਾ, ਨਾਲ ਹੀ 20 ਲੱਖ ਰੁਪਏ ਦਾ ਮੁਆਵਜ਼ਾ ਪੀੜਤ ਪਰਿਵਾਰ ਨੂੰ ਦੇਣ ਦੇ ਸਰਕਾਰ ਲਈ ਹੁਕਮ ਵੀ ਜਾਰੀ ਕੀਤੇ ਹੈ। ਇਸ ਮਾਮਲੇ ਤੇ ਦੋਸ਼ੀ ਵੀ ਅਤੇ ਪੀੜਤ ਦੋਵੇਂ ਪਰਿਵਾਰ ਦੱਸੇ ਜਾ ਰਿਹਾ ਕਿ ਬਿਹਾਰ ਨਾਲ ਸੰਬੰਧਿਤ ਨੇ। ਖਾਸ ਗੱਲ ਇਹ ਹੈ ਕਿ ਮੁਲਜ਼ਮ ਦੀ ਗ੍ਰਿਫਤਾਰੀ ਦੇ 29 ਦਿਨਾਂ ਦੇ ਅੰਦਰ ਅੰਦਰ ਉਹਦੇ ਤੇ ਮੁਕੱਦਮਾ ਵੀ ਚੱਲਿਆ, ਗਵਾਹੀਆਂ ਵੀ ਹੋਈਆਂ, ਗ੍ਰਿਫਤਾਰੀਆਂ ਵੀ ਹੋਈਆਂ। ਕਹਿਣ ਦਾ ਭਾਵ ਸਾਰਾ ਕੁਝ ਮਾਣਯੋਗ ਅਦਾਲਤ ਨੇ 29 ਦਿਨਾਂ ਦੇ ਅੰਦਰ ਅੰਦਰ ਸਮੇਟ ਦਿੱਤਾ। ਇਹ ਗੱਲ ਇਸ ਕਰਕੇ, ਇਹ ਖਬਰ ਇਸ ਕਰਕੇ ਬਹੁਤ ਮਹੱਤਵਪੂਰਨ ਹੈ। 29 ਦਿਨਾਂ ਦੇ ਵਿੱਚ ਵੀ ਫੈਸਲੇ ਕੀਤੇ ਜਾ ਸਕਦੇ ਆ ਜੇਕਰ ਅਦਾਲਤਾਂ ਚਾਹਣ। ਅੱਗੇ ਚੱਲ ਕੇ ਆਪਾਂ 1984 ਵਾਲੇ ਇੱਕ ਕੇਸ ਦੀ ਵੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ। ਅਸਲ ਦੇ ਵਿੱਚ ਸੂਰਤ ਦੇ ਪਾਂਡੇਸਰਾ ਦੇ ਵਿੱਚ ਰਹਿਣ ਵਾਲੇ ਇੱਕ ਮਜ਼ਦੂਰ ਪਰਿਵਾਰ ਦੀ 2.5 ਵਰਿਆਂ ਦੀ ਮਾਸੂਮ ਬੱਚੀ 4 ਨਵੰਬਰ ਦੀਵਾਲੀ ਦੀ ਰਾਤ ਨੂੰ ਗੁੰਮ ਹੁੰਦੀ ਹੈ। ਸ਼ਿਕਾਇਤ ਮਿਲਣ ਤੇ ਲਗਭਗ 100 ਪੁਲਿਸ ਮੁਲਾਜ਼ਮਾਂ ਨੇ 200 CCTV ਕੈਮਰਿਆਂ ਦੀ ਫੁਟੇਜ ਖੰਗਾਲ ਮਾਰੀ ਅਤੇ ਇਸੇ ਆਧਾਰ ਤੇ ਇੱਕ ਮਾਸੂਮ ਨੂੰ ਮੋਢੇ ਤੇ ਚੁੱਕ ਕੇ ਲਈ ਜਾਂਦਾ ਇੱਕ ਵਿਅਕਤੀ ਦਿਖਿਆ ਤੇ ਫਿਰ ਉਹਦੀ ਪਛਾਣ ਕੀਤੀ ਗਈ। ਤੇ ਇਸੇ ਦੌਰਾਨ 7 ਨਵੰਬਰ ਨੂੰ ਪੁਲਿਸ ਨੂੰ ਮਾਸੂਮ ਦੀ ਲਾਸ਼ ਝਾੜੀਆਂ ਦੇ ਵਿੱਚੋਂ ਮਿਲਦੀ ਹੈ। CCTV ਫੁਟੇਜ ਤੇ 3 ਅੱਖੀਂ ਦੇਖਣ ਵਾਲਿਆਂ ਦੇ ਬਿਆਨ ਉਹ ਆਧਾਰ ਬਣਾ ਲਏ ਜਾਂਦੇ ਆ। 8 ਨਵੰਬਰ ਨੂੰ ਗੁੱਡੂ ਨੂੰ ਦਬੋਚ ਲਿਆ ਜਾਂਦਾ ਹੈ, ਆਪਣਾ ਉਹ ਅਪਰਾਧ ਵੀ ਕਬੂਲ ਕਰ ਲੈਂਦਾ ਹੈ। ਪੁਲਿਸ ਦੇ ਮੁਤਾਬਕ ਗੁੱਡੂ ਦਰਅਸਲ ਇਹ ਜਿਹੜੀਆਂ ਅਸ਼ਲੀਲ ਫਿਲਮਾਂ ਦੇਖਣ ਦਾ ਆਦੀ ਹੋ ਚੁੱਕਿਆ ਸੀ, ਵਿਆਹੁਤਾ ਹੈ, 2 ਬੱਚਿਆਂ ਦਾ ਬਾਪ ਵੀ ਹੈ, ਪਾਂਡੇਸਰਾ ਦੀ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਹੈ। ਪੁਲਿਸ ਨੇ ਜਦੋਂ ਉਹਦਾ ਮੋਬਾਈਲ ਫੋਨ ਵੇਖਿਆ ਤਾਂ ਉਹਦੇ ਵਿੱਚੋਂ ਘੱਟੋ ਘੱਟ ਅਸ਼ਲੀਲ ਫਿਲਮਾਂ 150 ਦੇ ਨੇੜੇ ਤੇੜੇ ਮਿਲੀਆਂ ਨੇ। ਪੁਲਿਸ ਨੇ ਅਸਲ ਦੇ ਵਿੱਚ ਇੱਕ ਹੋਰ ਵਿਅਕਤੀ ਵੀ ਗ੍ਰਿਫਤਾਰ ਕੀਤਾ ਹੈ। ਉਹ ਜਿੰਨੀਆਂ ਇਹ ਫਿਲਮਾਂ ਨੇ ਉਹਦੇ ਫੋਨ ਦੇ ਵਿੱਚ ਅਪਲੋਡ ਕਰਦਾ ਸੀ। ਮੋਬਾਈਲਾਂ ਦੀ ਇੱਕ ਦੁਕਾਨ ਚਲਾਉਂਦਾ, ਉਹਦਾ ਨਾਂ ਹੈ ਸਾਗਰ ਸ਼ਾਹ, ਉਹ ਵੀ ਗ੍ਰਿਫਤਾਰ ਕੀਤਾ। ਪੁਲਿਸ ਨੇ ਮਹਿਜ਼ 7 ਦਿਨਾਂ ਦੇ ਵਿੱਚ 246 ਪੰਨਿਆਂ ਦਾ ਦੋਸ਼ ਪੱਤਰ ਸੂਰਤ ਦੀ ਪੋਕਸੋ ਅਦਾਲਤ ਵਿੱਚ ਪੇਸ਼ ਕੀਤਾ। 42 ਲੋਕਾਂ ਦੀ ਗਵਾਹੀ ਅਦਾਲਤ ਵਿੱਚ ਹੋਈ। ਅਦਾਲਤ ਨੇ 29 ਦਿਨਾਂ ਦੇ ਵਿੱਚ ਸਾਰਾ ਇਹ ਮਾਮਲਾ ਸਮੇਟ ਲਿਆ। ਸਰਕਾਰੀ ਵਕੀਲ ਨੈਣ ਸੁਖੜਵਾਲਾ ਨੇ ਦੱਸਿਆ ਕਿ ਇਸ ਕੇਸ ਵਿੱਚ 31 ਪੁਰਾਣੇ ਮਾਮਲਿਆਂ ਦੀ ਉਦਾਹਰਣ ਵੀ ਦਿੱਤੀ ਗਈ। ਮ੍ਰਿਤਕ ਦਾ DNA ਉਹਦੇ ਖੂਨ ਦੇ ਨਮੂਨਿਆਂ ਦੇ ਆਧਾਰ ਤੇ ਪੀੜਤ ਪਰਿਵਾਰ ਦੇ ਨਾਲ ਸੰਬੰਧਿਤ ਉਸ ਦੀ ਪੁਸ਼ਟੀ ਕਰ ਦਿੱਤੀ ਗਈ। ਤੇ ਹੁਣ ਤੁਸੀਂ ਦੇਖੋ ਕਿ 29 ਦਿਨਾਂ ਦੇ ਵਿੱਚ ਫਾਂਸੀ ਦੀ ਸਜ਼ਾ ਦਾ ਫੈਸਲਾ ਸੁਣਾ ਦਿੱਤਾ ਗਿਆ ਹੈ। ਆਪਣੇ ਆਪ ਦੇ ਵਿੱਚ ਸੱਚਮੁੱਚ ਇਹ ਨਿੰਦਣਯੋਗ ਵੀ ਹੈ ਤੇ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਵੀ ਹੈ ਤੇ ਦੁਰਲਭ ਵੀ ਹੈ। ਪਹਿਲੀ ਗੱਲ ਤਾਂ ਕਿ 2.5 ਵਰਿਆਂ ਦੀ ਬਾਲੜੀ, ਦੂਸਰਾ ਇਹ ਕਿ ਉਸ ਵਿਅਕਤੀ ਦੀ ਮਾਨਸਿਕਤਾ, ਤੀਸਰਾ ਇਹ ਕਿ 29 ਦਿਨਾਂ ਦੇ ਵਿੱਚ ਕੇਸ ਦਾ ਨਿਪਟਾਰਾ। ਹੁਣ ਅਸੀਂ ਕਿੱਥੇ ਖੜੇ ਹਾਂ ਕਿ ਇਸ ਤਰ੍ਹਾਂ ਦੇ ਮਨੁੱਖ ਨੂੰ ਇਨਸਾਨ ਕਹੀਏ, ਮਨੁੱਖ ਕਹੀਏ ਜਾਂ ਜਾਨਵਰ ਕਹੀਏ, ਤਾਂ ਜਾਨਵਰਾਂ ਤੋਂ ਵੀ ਭੈੜਾ ਹੋ ਨਿਕਲਿਆ। ਸੱਚਮੁੱਚ ਅਤ ਨਿੰਦਣਯੋਗ ਘਟਨਾ ਹੈ। ਅਗਲੀ ਜਿਹੜੀ ਖਬਰ ਹੈ, ਮੈਂ ਤੁਹਾਨੂੰ ਜਿਸ ਤਰ੍ਹਾਂ ਜ਼ਿਕਰ ਕਰ ਰਿਹਾ ਸੀ ਕਿ 29 ਦਿਨਾਂ ਦੇ ਅੰਦਰ ਅੰਦਰ ਮਾਣਯੋਗ ਅਦਾਲਤ ਨੇ ਸਾਰੇ ਦਾ ਸਾਰਾ ਗਵਾਹੀਆਂ ਕੀ, ਗ੍ਰਿਫਤਾਰੀਆਂ ਕੀ, ਐਵਰੀਥਿੰਗ ਸਭ ਕੁਝ ਡਨ ਕਰ ਦਿੱਤਾ। ਤੇ ਇੱਧਰ 1984 ਨੂੰ ਤੁਸੀਂ ਆਪ ਗਿਣ ਲਓ ਕਿ ਤਕਰੀਬਨ 40 ਸਾਲ ਹੋਣ ਲੱਗਿਆ ਹੁਣ ਤਾਂ। ਇੰਨੇ ਸਾਲਾਂ ਦੇ ਵਿੱਚ ਤਾਂ ਗਵਾਹ ਵੀ ਇਸ ਜਹਾਨ ਤੋਂ ਬਹੁਤ ਸਾਰੇ ਤੁਰ ਗਏ। ਬਹੁਤ ਸਾਰੇ ਉਹ ਲੋਕ ਜਿਹੜੇ ਇਨਸਾਫ ਦੀ ਉਡੀਕ ਵਿੱਚ ਸਨ, ਤੁਰ ਗਏ ਤੇ ਤੁਰ ਜਾਣਗੇ। ਪਰ ਹੁਣ ਖਬਰ ਮਿਲ ਰਹੀ ਹੈ ਕਿ ਦਿੱਲੀ ਦੀ ਇੱਕ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਇੱਕ ਹੋਰ ਮਾਮਲੇ ਦੇ ਵਿੱਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਖਿਲਾਫ ਦੋਸ਼ ਤੈਅ ਕਰ ਦਿੱਤੇ ਹੈ। ਮਾਮਲਾ ਦਿੱਲੀ ਦੇ ਰਾਜਨਗਰ ਦਾ, ਜਿੱਥੇ 2 ਸਿੱਖ ਵਿਅਕਤੀਆਂ, ਜਿਨ੍ਹਾਂ ਵਿੱਚ ਇੱਕ ਸਨ ਸਰਦਾਰ ਜਸਵੰਤ ਸਿੰਘ ਅਤੇ ਦੂਸਰੇ ਸਨ ਸਰਦਾਰ ਤਰਨਦੀਪ ਸਿੰਘ, ਉਹਨਾਂ ਦੇ ਕਤਲ ਦੇ ਨਾਲ ਇਸ ਸੰਬੰਧਿਤ ਮਾਮਲਾ ਹੈ। ਐਡਵੋਕੇਟ ਹਰਪ੍ਰੀਤ ਸਿੰਘ ਹੋਰਾਂ ਨੇ ਦੱਸਿਆ ਕਿ ਅਦਾਲਤ ਨੇ ਸੱਜਣ ਕੁਮਾਰ ਨੂੰ ਦੰਗਾ, ਕਤਲ ਅਤੇ ਡਕੈਤੀ ਦੀਆਂ ਧਾਰਾਵਾਂ, ਜਿਹਦੇ ਵਿੱਚ ਧਾਰਾ 147 ਵੀ ਹੈ, 149 ਵੀ ਹੈ, 148 ਵੀ ਹੈ, 302 ਵੀ ਹੈ, 308 ਵੀ ਹੈ, 323 ਵੀ ਹੈ, 395 ਵੀ ਹੈ, 397 ਵੀ ਹੈ,
427, 436 ਤੇ 440 ਦੇ ਤਹਿਤ ਕਾਬੂ ਕੀਤਾ ਹੈ। ਜਾਣਕਾਰੀ ਦੇ ਅਨੁਸਾਰ ਸੱਜਣ ਕੁਮਾਰ ਦੇ ਖਿਲਾਫ ਦਿੱਲੀ ਦੇ ਸਰਸਵਤੀ ਵਿਹਾਰ ਥਾਣੇ ਦੇ ਵਿੱਚ FIR ਦਰਜ ਹੋਈ 458/91। ਕੁਝ ਚਸ਼ਮਦੀਦ ਗਵਾਹਾਂ ਨੇ ਦਾਅਵਾ ਕੀਤਾ ਕਿ ਸੱਜਣ ਕੁਮਾਰ ਦੀ ਪਛਾਣ ਉਹਨਾਂ ਨੇ ਉਦੋਂ ਕੀਤੀ ਜਦੋਂ ਉਹਨਾਂ ਨੇ ਇਸ ਵਿਅਕਤੀ ਦੀ ਤਸਵੀਰ ਦੇਖੀ ਤੇ ਤਸਵੀਰ ਦੇਖ ਕੇ ਪਛਾਣ ਲਿਆ ਕਿ ਆਹੀ ਵਿਅਕਤੀ ਸੀ ਜਿਹੜਾ ਉਸ ਵਕਤ ਇੱਕ ਕਤਲੇਆਮ ਦੀ ਅਗਵਾਈ ਕਰ ਰਿਹਾ ਸੀ। ਵਕੀਲ ਨੇ ਦੱਸਿਆ ਕਿ 1994 ਵਿੱਚ ਪਹਿਲਾਂ ਇਹ ਕੇਸ ਬੰਦ ਕਰ ਦਿੱਤਾ ਗਿਆ ਸੀ ਅਤੇ ਸਿੱਟ ਨੇ ਇਸ ਨੂੰ ਦੁਬਾਰਾ ਖੋਲ੍ਹਿਆ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਅਤੇ ਇਸ ਮਾਮਲੇ ਨੂੰ ਰਸਮੀ ਤੌਰ ਤੇ ਹੁਣ 16 ਦਸੰਬਰ ਨੂੰ ਦੋਸ਼ ਤੈਅ ਕਰਨ ਲਈ ਸੂਚੀਬੱਧ ਕਰ ਦਿੱਤਾ ਹੈ। ਵਧੀਕ ਸੈਸ਼ਨ ਜੱਜ MK ਨਾਗਪਾਲ ਨੇ ਹੁਕਮ ਸੁਣਾਉਂਦੇ ਹੋਏ ਕਿਹਾ ਕਿ ਇਸ ਅਦਾਲਤ ਦਾ ਵਿਚਾਰ ਹੈ ਕਿ ਧਾਰਾ 147, 148, 149 ਅਧੀਨ ਸਜ਼ਾਯੋਗ ਅਪਰਾਧਾਂ ਲਈ ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਕਰਨ ਲਈ ਪਹਿਲੀ ਨਜ਼ਰੇ ਕੇਸ ਬਣਾਇਆ ਗਿਆ। ਅਦਾਲਤ ਨੇ ਕਿਹਾ ਕਿ ਮਾਮਲੇ ਦੀ ਜਾਂਚ ਦੌਰਾਨ IO ਵੱਲੋਂ ਇਕੱਠੇ ਕੀਤੇ ਜ਼ੁਬਾਨੀ ਅਤੇ ਦਸਤਾਵੇਜ਼ੀ ਸਬੂਤ ਇਹ ਦਰਸਾਉਣ ਲਈ ਕਾਫੀ ਹੈ ਕਿ ਘਟਨਾ ਵਾਲੇ ਦਿਨ ਹਜ਼ਾਰਾਂ ਦੀ ਭੀੜ ਨੇ ਕਤਲੇਆਮ ਕੀਤਾ। ਭੀੜ ਰੋਡਾਂ ਅਤੇ ਹਥਿਆਰਾਂ ਨਾਲ ਉਸ ਵਕਤ ਲੈਸ ਸੀ। ਇਸ ਤਰ੍ਹਾਂ ਨਾ ਸਿਰਫ ਦੋਸ਼ੀ ਭੀੜ ਦੀ ਅਗਵਾਈ ਕਰ ਰਿਹਾ ਸੀ, ਇਸ ਦੀ ਬਜਾਏ ਉਹ ਭੀੜ ਤੋਂ ਅੱਗੇ ਵੀ ਚੱਲ ਰਿਹਾ ਸੀ ਅਤੇ ਭੀੜ ਦਾ ਮਨੋਰਥ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਸਿੱਖਾਂ ਤੋਂ ਉਸਤੇ ਕਤਲ ਦਾ ਇੱਕੋ ਇੱਕ ਮਕਸਦ ਕਤਲ ਦਾ ਬਦਲਾ ਲੈਣਾ ਅਤੇ ਸਬਕ ਸਿਖਾਉਣਾ ਸੀ। ਹੁਣ ਤੁਸੀਂ ਦੇਖੋ, ਮੈਂ ਹੈਰਾਨ ਹੈ ਕਿ ਲੋਕ ਰੰਗ ਕਿਵੇਂ ਬਦਲਦੇ ਆ। 2 ਦਿਨ ਪਹਿਲਾਂ ਅਜੇ ਮਾਕਨ ਨੂੰ ਇੱਕ ਅਹੁਦਾ ਦੇ ਦਿੱਤਾ ਗਿਆ। ਅਜੇ ਮਾਕਨ ਕਾਂਗਰਸ ਵਿੱਚ ਕੋਈ ਨਵਾਂ ਲੀਡਰ ਨਹੀਂ, ਪਰ ਕਾਂਗਰਸ ਦੇ ਵਿੱਚ ਰਹੇ ਲੰਬਾ ਸਮਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਸਿਫਤਾਂ ਸੋਨੀਆ ਦੀਆਂ ਵੀ, ਸਿਫਤਾਂ ਰਾਹੁਲ ਦੀਆਂ ਵੀ, ਸਿਫਤਾਂ ਪ੍ਰਿਯੰਕਾ ਦੀਆਂ ਵੀ ਤੇ ਸਿਫਤਾਂ ਹੋਰ ਕਾਂਗਰਸੀ ਆਗੂਆਂ ਦੀਆਂ ਵੀ। ਹੁਣ ਉਹਨਾਂ ਨੂੰ ਹੇਜ ਆ ਗਿਆ। ਕਹਿੰਦੇ ਅਜੇ ਮਾਕਨ ਉਸੇ ਪਰਿਵਾਰ ਨਾਲ ਸੰਬੰਧਿਤ ਹੈ ਜਿਨ੍ਹਾਂ ਦੇ ਉੱਤੇ ਦੋਸ਼ ਲੱਗਦੇ ਨੇ ਕਿ ਉਹਨਾਂ ਨੇ ਸਿੱਖ ਵਿਰੋਧੀ ਕਤਲੇਆਮ ਦੇ ਵਿੱਚ ਉਹਨਾਂ ਦੇ ਪੁਰਖਿਆਂ ਨੇ ਅਹਿਮ ਭੂਮਿਕਾ ਨਿਭਾਈ ਸੀ। ਕਮਾਲ ਹੈ ਬਈ, ਤੁਸੀਂ ਵੀ ਤਾਂ ਅੱਜ ਤੱਕ ਉਹਨਾਂ ਦਾ ਹੀ ਗੁਣਗਾਨ ਕਰਦੇ ਰਹੇ ਹੋ। ਹੁਣ ਜੇ ਤੁਸੀਂ ਕਾਂਗਰਸ ਛੱਡ ਦਿੱਤੀ ਤਾਂ ਤੁਹਾਨੂੰ ਲੱਗਣ ਲੱਗਾ ਕਿ ਬੰਦੇ ਮਾੜੇ ਐ। ਅੱਜ ਤੱਕ ਤੁਸੀਂ ਉਸੇ ਹੀ ਪਾਰਟੀ ਵਿੱਚ ਤੇ ਉਹਨਾਂ ਦੀ ਸੋਲੇ ਗਾਉਂਦੇ ਸੀ। ਮੈਨੂੰ ਲੱਗਦਾ ਹੀ ਨਹੀਂ ਕਿ ਆਹ ਲੀਡਰ ਲੋਕਾਂ ਦਾ ਕੋਈ ਹੁਣ ਦੀਨ ਈਮਾਨ ਰਹਿ ਗਿਆ। ਅਗਲੀ ਜਿਹੜੀ ਖਬਰ ਹੈ ਉਹ ਵੀ ਪੰਜਾਬ ਦੇ ਨਾਲ ਸੰਬੰਧਿਤ ਹੈ, ਪੰਜਾਬ ਦੇ ਧਰਨਾ ਦੇਣ ਵਾਲੇ ਲੋਕਾਂ ਦੇ ਨਾਲ ਸੰਬੰਧਿਤ ਹੈ, ਪੰਜਾਬ ਦੀ ਸਰਕਾਰ ਦੇ ਨਾਲ ਸੰਬੰਧਿਤ ਹੈ। ਅਸਲ ਦੇ ਵਿੱਚ ETT ਟੈਟ ਪਾਸ ਅਧਿਆਪਕ ਯੂਨੀਅਨ ਦੇ ਵੱਲੋਂ 180 ETT ਅਧਿਆਪਕਾਂ ਤੇ ਜ਼ਬਰੀ ਥੋਪਿਆ ਗਿਆ ਕੇਂਦਰੀ ਪੇ ਸਕੇਲ। ਉਹਦੇ ਰੋਸ ਦੇ ਵਜੋਂ ਬੀਤੀ ਦੇਰ ਰਾਤ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ ਅਤੇ ਨਾਲ ਇਹ ਐਲਾਨ ਕਰ ਦਿੱਤਾ ਕਿ ਜੇਕਰ ਮਸਲਾ ਹੱਲ ਨਹੀਂ ਹੁੰਦਾ, ਕਹਿਣ ਦਾ ਭਾਵ ਉਹਨਾਂ ਨੇ ਆਖ ਦਿੱਤਾ ਕਿ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਉਦੋਂ ਤੱਕ ਅਸੀਂ ਇੱਥੇ ਪੱਕਾ ਮੋਰਚਾ ਕੱਢ ਲਿਆ। ਇਸ ਯੂਨੀਅਨ ਦੇ ਆਗੂ ਨੇ ਗੁਰਮੁਖ ਸਿੰਘ ਨੇ ਦੱਸਿਆ ਕਿ 180 ETT ਅਧਿਆਪਕ 2016 ਦੇ ਵਿੱਚ 4500 ETT ਟੀਚਰਾਂ ਦੀ ਭਰਤੀ ਵਿੱਚ ਸਾਰੀਆਂ ਸ਼ਰਤਾਂ ਪੂਰੀਆਂ ਕਰਦਿਆਂ ਨਿਯੁਕਤ ਕਰ ਲਏ ਗਏ। ਉਹ ਕਹਿੰਦੇ ਲਗਭਗ 2 ਸਾਲ ਬੀਤੇ, 2 ਸਾਲ ਬਾਅਦ ਅਚਾਨਕ ਹੀ ਵਾਧੂ ਭਰਤੀ ਦਾ ਹਵਾਲਾ ਦਿੰਦਿਆਂ ਇਹਨਾਂ ਅਧਿਆਪਕਾਂ ਨੂੰ ਨੌਕਰੀ ਚੋਂ ਬਾਹਰ ਕੱਢ ਦਿੱਤਾ ਗਿਆ, ਨੋਟਿਸ ਜਾਰੀ ਕਰ ਦਿੱਤਾ ਗਿਆ। ਉਹ ਕਹਿੰਦੇ ਇਹ ਸਾਡੇ ਅਧਿਆਪਕਾਂ ਦੇ ਨਾਲ ਬੇਇਨਸਾਫੀ। ਇਸ ਤੋਂ ਬਾਅਦ ਇਹਨਾਂ ਅਧਿਆਪਕਾਂ ਦੇ ਵੱਲੋਂ ਕਹਿੰਦੇ ਹਾਈ ਕੋਰਟ ਦਾ ਸਹਾਰਾ ਲੈ ਲਿਆ ਗਿਆ। ਲਗਭਗ 4 ਸਾਲ ਬਾਅਦ ਅਦਾਲਤ ਦਾ ਫੈਸਲਾ ਆਇਆ ਜਿਸ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਵੱਲੋਂ ਵਿਭਾਗ ਨੂੰ ਇਹਨਾਂ ਅਧਿਆਪਕਾਂ ਦੀਆਂ ਸਮੱਸਿਆਵਾਂ ਸੁਣਦਿਆਂ ਸਕਾਰਾਤਮਕ ਤਰੀਕੇ ਨਾਲ ਹੱਲ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ। ਪਰ ਕਹਿੰਦੇ ਵਿਭਾਗ ਦੇ ਵੱਲੋਂ ਮਾਨਯੋਗ ਅਦਾਲਤ ਦੇ ਇਹਨਾਂ ਨਿਰਦੇਸ਼ਾਂ ਨੂੰ ਦਰਕਿਨਾਰ ਕਰਦਿਆਂ ਇਹਨਾਂ ਅਧਿਆਪਕਾਂ ਦੇ ਉੱਤੇ ਜ਼ਬਰੀ ਕੇਂਦਰੀ ਸਕੇਲ ਲਾਗੂ ਕਰ ਦਿੱਤੇ ਗਏ ਅਤੇ ਬੀਤੇ 4 ਸਾਲ ਦੀ ਕੀਤੀ ਸੇਵਾ ਵੀ ਖਤਮ ਕਰ ਦਿੱਤੀ ਗਈ, ਜਿਸ ਨਾਲ ਇਹਨਾਂ ਦੀ ਤਨਖਾਹ ਘਟਾ ਦਿੱਤੀ ਗਈ। ਇਸ ਤਰ੍ਹਾਂ ਕਹਿੰਦੇ 4500 ਭਰਤੀ ਵਿੱਚੋਂ 180 ਅਧਿਆਪਕਾਂ ਨੂੰ ਕੇਂਦਰੀ ਤਨਖਾਹ ਸਕੇਲ ਨਾਲ ਜੋੜ ਦਿੱਤਾ ਗਿਆ, ਜਦ ਕਹਿੰਦੇ ਇਸ ਭਰਤੀ ਦੇ ਬਾਕੀ ਅਧਿਆਪਕਾਂ ਨੂੰ ਪੰਜਾਬ ਤਨਖਾਹ ਸਕੇਲ ਦਿੱਤਾ ਜਾ ਰਿਹਾ ਹੈ। ਇਹ ਕਹਿੰਦੇ ਪਹਿਲੀ ਵਾਰੀ ਹੋਇਆ ਹੈ ਕਿ ਇਸ ਭਰਤੀ ਵਿੱਚ ਇੱਕੋ ਹੀ ਦਿਨ ਭਰਤੀ ਹੋਏ ਮੁਲਾਜ਼ਮਾਂ ਤੇ ਵੱਖੋ ਵੱਖਰੇ ਪੇ ਸਕੇਲ ਲਾਗੂ ਕੀਤੇ ਗਏ ਹੈ। ਇਹਨਾਂ ਅਧਿਆਪਕਾਂ ਦੇ ਵੱਲੋਂ ਜਾਇਜ਼ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜਿਸ ਤੋਂ ਬਾਅਦ ਕਈ ਵਾਰੀ ਵਿਭਾਗ ਨੂੰ, ਸਿੱਖਿਆ ਮੰਤਰੀ ਨੂੰ, ਮੁੱਖ ਮੰਤਰੀ ਨੂੰ ਆਖਿਆ ਗਿਆ ਕਿ ਸਾਨੂੰ ਮਿਲਣ ਦਾ ਸਮਾਂ ਦਿਓ ਤੇ ਮਿਲਣ ਦਾ ਸਮਾਂ ਦਿੱਤਾ ਗਿਆ, ਜਿਸ ਵਿੱਚ ਉਹਨਾਂ ਮਸਲਾ ਹੱਲ ਕਰਨ ਦਾ ਕਹਿੰਦੇ ਸਾਨੂੰ ਭਰੋਸਾ ਵੀ ਦਿੱਤਾ
ਪਰ ਹਾਲੇ ਤੱਕ ਮਸਲਾ ਕਿਸੇ ਤਣ ਪੱਤਣ ਲੱਗਿਆ ਨਹੀਂ। 180 ETT ਅਧਿਆਪਕਾਂ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਉਹ ਕਹਿੰਦੇ ਚੰਨੀ ਸਰਕਾਰ ਦੇ ਅਸੀਂ ਲਾਰਿਆਂ ਤੋਂ ਹੁਣ ਤੰਗ ਆ ਗਏ ਹਾਂ। ਇਸ ਕਰਕੇ ETT ਅਧਿਆਪਕ ਸੋਹਣ ਸਿੰਘ ਬੀਤੇ ਲਗਭਗ 10-11 ਦਿਨ ਹੋ ਗਏ ਨੇ MLA ਹੋਸਟਲ ਦੇ ਨੇੜੇ ਟਾਵਰ ਤੇ ਡਟਿਆ ਹੋਇਆ, ਪਰ ਪ੍ਰਸ਼ਾਸਨ ਦੇ ਵੱਲੋਂ, ਸਰਕਾਰ ਦੇ ਵੱਲੋਂ ਉਹਦੀ ਕੋਈ ਸਾਰ ਬਿਲਕੁਲ ਨਹੀਂ ਲਈ ਜਾ ਰਹੀ। ਮੌਸਮ ਠੰਡ ਦਾ ਆ ਚੁੱਕਿਆ, ਅਧਿਆਪਕ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ, ਖਾਣ ਪੀਣ ਦਾ ਸਮਾਨ ਉਹਦੇ ਕੋਲ ਖਤਮ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਭੁੱਖ ਨਾ ਪਾਣੀ ਉਹ ਕਹਿੰਦੇ ਸਮਾਂ ਲੰਘਾ ਰਿਹਾ ਹੈ। ਯੂਨੀਅਨ ਦੇ ਪ੍ਰਧਾਨ ਨੇ ਯੂਨੀਅਨ ਦੇ ਪ੍ਰਧਾਨ ਦੇ ਵੱਲੋਂ ਕਮਲ ਠਾਕਰ ਦੇ ਵੱਲੋਂ ਸਰਕਾਰ ਨੂੰ ਚੇਤਾਵਨੀ ਹੁਣ ਦੇ ਦਿੱਤੀ ਗਈ ਹੈ ਕਿ ਜਦੋਂ ਤੱਕ ਸਾਡੇ ਇਹਨਾਂ ਅਧਿਆਪਕਾਂ ਦਾ ਮਸਲਾ ਹੱਲ ਨਹੀਂ ਕਰ ਦਿੱਤਾ ਜਾਂਦਾ, ਉਦੋਂ ਤੱਕ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੀ ਰਿਹਾਇਸ਼ ਤੇ ਅਸੀਂ ਪੱਕਾ ਮੋਰਚਾ ਲਾ ਕੇ ਰੱਖਾਂਗੇ। ਹੁਣ ਸਵਾਲ ਇਸ ਗੱਲ ਦਾ, ਮੈਂ ਪੰਜਾਬ ਬੋਲਦਾ ਪ੍ਰੋਗਰਾਮ ਦੇ ਵਿੱਚ ਵੀ, ਜਿਹੜਾ ਆਪਣਾ ਅੱਜ ਦਾ ਪ੍ਰੋਗਰਾਮ ਸੀ, ਉਹਦੇ ਵਿੱਚ ਜ਼ਿਕਰ ਕੀਤਾ ਸੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਿਸੇ ਸਕੂਲ ਵਿੱਚ ਤਾਂ ਜਾ ਸਕਦੇ ਆ, ਪਰ ਜਿੱਥੇ ਕਿਤੇ ਧਰਨੇ ਲੱਗ ਰਹੇ ਨੇ ਉਹਨਾਂ ਨੂੰ ਮਿਲਣ ਦਾ ਸਮਾਂ ਨਹੀਂ। ਮੁੱਖ ਮੰਤਰੀ ਫਾਜ਼ਿਲਕਾ ਦੇ ਵਿੱਚ ਇੱਕ ਬੱਸ ਸਟੈਂਡ ਦਾ ਉਦਘਾਟਨ ਕਰ ਰਹੇ ਸੀ, ਦੂਸਰੇ ਪਾਸੇ ਬੇਰੁਜ਼ਗਾਰ ਤੇ ਠੇਕਾ ਮੁਲਾਜ਼ਮਾਂ ਦੇ ਉੱਤੇ ਡਾਂਗ ਫਿਰ ਰਹੀ ਸੀ। ਮੁੱਖ ਮੰਤਰੀ ਸਾਹਿਬ ਨੂੰ ਕੋਈ ਦਰਦ ਨਹੀਂ ਆਇਆ। ਇੱਥੋਂ ਤੱਕ ਕਿ ਬੀਤੇ ਦਿਨੀ ਇੱਕ ਥਾਂ ਦੇ ਉੱਤੇ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਮੁੱਖ ਮੰਤਰੀ ਸਾਹਿਬ। ਕੁਝ ਇੱਕ ਦੁਖੀਏ ਲੋਕ ਸੀ, ਕੱਚੇ ਅਧਿਆਪਕ ਸਨ, ਉਹ ਆਪਣੀ ਮੰਗ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣੀ ਚਾਹੁੰਦੇ ਸੀ। ਮੁੱਖ ਮੰਤਰੀ ਸਾਹਿਬ ਨੂੰ ਗੁੱਸਾ ਆ ਗਿਆ, ਕਹਿੰਦੇ ਜਿਹੜਾ ਅੱਜ ਤੋਂ ਬਾਅਦ ਇੰਜ ਬੋਲੂ ਉਹਦੇ ਖਿਲਾਫ ਅਸੀਂ ਮੁਕੱਦਮੇ ਦਰਜ ਕਰ ਦਿਆਂਗੇ। ਸ਼ਾਬਾਸ਼ ਤੁਹਾਡੇ, ਤੁਹਾਨੂੰ ਇਸੇ ਕੰਮ ਵਾਸਤੇ ਪੰਜਾਬ ਦੇ ਲੋਕਾਂ ਨੇ ਇਸ ਕੁਰਸੀ ਤੇ ਬਿਠਾਇਆ ਨਾ, ਕਿ ਜੇਕਰ ਆਪਣੀ ਆਵਾਜ਼, ਆਪਣੀ ਮੰਗ ਤੁਹਾਡੇ ਕੰਨਾਂ ਤੱਕ ਪਹੁੰਚਾਉਣੀ ਚਾਹੁੰਦਾ ਹੈ ਤਾਂ ਉਹ ਤੇ ਪਰਚੇ ਦਰਜ ਕਰਾ ਦਿਓ। ਮੁੱਖ ਮੰਤਰੀ ਸਾਹਿਬ, ਲੋਕਤੰਤਰ ਹੈ, ਕੁਰਸੀ ਤੇ ਤੁਸੀਂ ਬੈਠੇ ਹੋ, ਇਹ ਤਾਨਾਸ਼ਾਹੀ ਨਹੀਂ ਚੱਲਣੀ। ਅਗਲੀ ਖਬਰ ਹੈ, ਇਹ ਬੇਅਦਬੀ ਦੇ ਨਾਲ ਜੁੜੀ ਖਬਰ ਹੈ, ਕਿਉਂਕਿ ਲੋਕਤੰਤਰ ਦੇ ਵਿੱਚ ਭਾਵੇਂ ਕੋਈ ਦੋਸ਼ੀ ਹੈ, ਭਾਵੇਂ ਕੋਈ ਵੀ ਵਿਅਕਤੀ ਹੈ, ਉਹਦੇ ਕੋਲ ਕਾਨੂੰਨਨ ਕੁਝ ਹੱਕ ਬਚੇ ਹੁੰਦੇ ਨੇ, ਪਰ ਸਿੱਟ ਟੀਮ ਜਿਉਂ-ਜਿਉਂ ਸਖਤੀ ਕਰ ਰਹੀ ਹੈ, ਤਿਉਂ-ਤਿਉਂ ਡੇਰੇ ਦੇ ਪ੍ਰਬੰਧਕ ਅਦਾਲਤਾਂ ਦੇ ਦਰਵਾਜ਼ੇ ਖੜਕਾਈ ਜਾਂਦੇ ਆ। ਫਰੀਦਕੋਟ ਬੇਅਦਬੀ ਕੇਸ ਦੀ ਜਾਂਚ ਕਰ ਰਹੀ ਹੈ ਸਿੱਟ ਟੀਮ। ਕੱਲ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਸਿੱਟ ਟੀਮ ਡੇਰਾ ਪ੍ਰਬੰਧਕ ਦੇ ਕੋਲ ਗਈ ਸੀ, ਡੇਰੇ ਦੇ ਵਿੱਚ ਗਈ ਸੀ, ਪਰ ਸਿੱਟ ਟੀਮ ਤੋਂ ਨਾਰਾਜ਼ ਹੋ ਕੇ ਡੇਰਾ ਪ੍ਰਬੰਧਕਾਂ ਨੇ, ਉਹ ਨਾਰਾਜ਼ ਹੋਏ ਨੇ, ਹਾਲਾਂਕਿ ਟੀਮ ਨੂੰ ਨਾਰਾਜ਼ ਹੋਣਾ ਚਾਹੀਦਾ ਸੀ, ਉਹਨਾਂ ਨੇ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ ਹੈ। ਸੋਮਵਾਰ ਵਾਲੇ ਦਿਨ ਡੇਰਾ ਸੱਚਾ ਸੌਦਾ ਦੇ ਹੈੱਡਕੁਆਰਟਰ ਸਿਰਸਾ ਚਲੀ ਗਈ ਸੀ ਸਿੱਟ ਟੀਮ। ਉੱਥੇ ਦਰਅਸਲ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾ ਤੇ ਸੀਨੀਅਰ ਵਾਈਸ ਚੇਅਰਮੈਨ ਡਾਕਟਰ PR ਨੈਨ ਨੂੰ ਲੱਭਣ ਗਏ ਸੀ, ਪਰ ਮਿਲੇ ਨਹੀਂ। ਜਾਣਕਾਰੀ ਮਿਲੀ ਸੀ ਕਿ ਉਹ ਤਾਂ ਭਾਈ ਇਸ ਵਕਤ ਮੈਡੀਕਲ ਲੀਵ ਤੇ ਨੇ। ਇਹਨੂੰ ਦੇਖਦੇ ਹੋਏ ਹੁਣ ਖਬਰ ਮਿਲੀ ਹੈ ਕਿ ਕਿਤੇ ਦੁਬਾਰਾ ਨਾ ਆ ਜਾਣ ਸਿੱਟ ਵਾਲੇ। ਡੇਰੇ ਦੇ ਸੀਨੀਅਰ ਵਾਈਸ ਚੇਅਰਪਰਸਨ ਡਾਕਟਰ PR ਨੈਨ ਨੇ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ। ਹਾਈ ਕੋਰਟ ਦੀ ਸ਼ਰਨ ਵਿੱਚ ਚਲਿਆ ਗਿਆ। ਨੈਨ ਨੇ ਪਟੀਸ਼ਨ ਦਾਇਰ ਕਰਕੇ ਆਖਿਆ ਕਿ ਸਿੱਟ ਉਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਜੇਕਰ ਪੁੱਛ ਪੜਤਾਲ ਕਰਨਾ ਚਾਹੁੰਦੀ ਹੈ ਤਾਂ ਉਹਨਾਂ ਨੂੰ ਨੋਟਿਸ ਦਿੱਤੇ ਬਗੈਰ ਨਾ ਆਵੇ, ਕਿਉਂਕਿ ਆ ਸੋਮਵਾਰ ਵਾਲੇ ਦਿਨ ਸਿੱਟ ਡੇਰਾ ਸਿਰਸਾ ਪਹੁੰਚ ਗਈ ਸੀ। ਜਾਂਚ ਟੀਮ ਨੇ ਸਾਰੇ ਡੇਰੇ ਦੀ ਤਲਾਸ਼ੀ ਲਈ ਸੀ। ਹਾਲਾਂਕਿ ਕੇਸ ਨਾਲ ਸੰਬੰਧਿਤ ਨਾ ਤਾਂ ਜਿਹੜੇ ਭਗੌੜੇ ਨੇ ਡੇਰੇ ਵਿੱਚੋਂ ਉਹ ਮਿਲੇ ਸੀ, ਨਾ ਵਾਈਸ ਚੇਅਰਮੈਨ ਨੈਨ, ਨਾ ਵਿਪਾਸਨਾ ਮਿਲੇ ਸਨ। ਤਕਰੀਬਨ ਘੰਟਾ ਡੇਢ ਘੰਟਾ ਡੇਰੇ ਦੀ ਤਲਾਸ਼ੀ ਲੈ ਗਈ, ਪਰ ਹੱਥ ਕੁਝ ਨਹੀਂ ਸੀ ਲੱਗਿਆ। ਇੰਨਾ ਕੁ ਜ਼ਰੂਰ ਪਤਾ ਲੱਗਿਆ ਸੀ ਕਿ ਆਉਣ ਤੋਂ ਪਹਿਲਾਂ ਕੁਝ ਦਸਤਾਵੇਜ਼ ਜ਼ਰੂਰ ਇਕੱਠੇ ਕਰਕੇ ਜਾਂਚ ਟੀਮ ਲਿਆਈ ਸੀ। ਹੁਣ ਤੱਕ ਵਿਪਾਸਨਾ ਇੰਸਾ ਤੇ ਨੈਨ ਖੁਦ ਪੇਸ਼ ਨਹੀਂ ਹੋਏ ਅਤੇ ਆਪਣੇ ਆਪ ਨੂੰ ਸਿਹਤ ਪੱਖੋਂ ਫਿੱਟ ਨਹੀਂ ਦੱਸ ਰਹੇ। ਕਹਿੰਦੇ ਅਸੀਂ ਪੇਸ਼ ਹੋ ਹੀ ਨਹੀਂ ਸਕਦੇ। ਹੁਣ ਇਹ ਵੀ ਪਤਾ ਲੱਗਿਆ ਕਿ ਜਾਂਚ ਟੀਮ ਉਹਨਾਂ ਨੂੰ ਕਾਨੂੰਨੀ ਤਰੀਕੇ ਨਾਲ ਸਖਤੀ ਵਧਾ ਕੇ ਉਹਨਾਂ ਤੋਂ ਪੁੱਛਗਿੱਛ ਕਰਨ ਦੀ ਫਿਰਾਕ ਦੇ ਵਿੱਚ ਹੈ ਅਤੇ ਇਹਦੇ ਵਾਸਤੇ ਤਿਆਰੀਆਂ ਸ਼ੁਰੂ ਵੀ ਕਰ ਦਿੱਤੀਆਂ ਨੇ। ਹੁਣ ਇਹ ਵੀ ਤੁਹਾਨੂੰ ਮੈਂ ਦੱਸਦਾ ਕਿ ਸਿੱਟ ਹੁਣ ਤੱਕ 3 ਵਾਰ ਵਿਪਾਸਨਾ ਇੰਸਾ ਤੇ ਨੈਨ ਨੂੰ ਸੰਮਨ ਭੇਜ ਚੁੱਕੀ ਹੈ, ਪਰ 3 ਵਾਰੀ ਸੰਮਨ ਦਾ ਜਵਾਬ ਇਹ ਆਇਆ ਕਿ ਅਸੀਂ ਸਿਹਤ ਪੱਖੋਂ ਫਿੱਟ ਨਹੀਂ, ਭਾਵ ਉਹ ਪੇਸ਼ ਨਹੀਂ ਹੋਏ, ਜਿਸ ਤੋਂ ਬਾਅਦ ਸਿੱਟ ਟੀਮ ਡੇਰਾ ਸਿਰਸਾ ਪਹੁੰਚ ਗਈ ਸੀ। ਹੁਣ ਇਸ ਜਾਂਚ ਟੀਮ ਦੇ ਜਿਹੜੇ ਮੁਖੀ ਨੇ IG SPS ਪਰਮਾਰ, ਉਹ ਗਏ ਸੀ, SSP ਮੁਖਵਿੰਦਰ ਸਿੰਘ ਭੁੱਲਰ ਗਏ ਸੀ, DSP ਲਖਬੀਰ ਸਿੰਘ ਗਏ ਸੀ, ਇੰਸਪੈਕਟਰ ਦਲਵੀਰ ਸਿੰਘ ਗਏ ਸਨ। ਭਾਵੇਂ ਕਿ ਮੈਡੀਕਲ ਨੋਟ ਭੇਜ ਦਿੱਤਾ ਗਿਆ ਸੀ ਕਿ ਅਸੀਂ ਸਿਹਤ ਪੱਖੋਂ ਫਿੱਟ ਨਹੀਂ,
ਪਰ ਆਈਜੀ परमार साहब का मनना है कि यह सिर्फ बहानेबाजी है। उन्होंने यह भी कहा कि जेकर अगले 4-5 दिनों के दोवें सिट टीम के सामने पेश ना होए तो फिर असी लीगल टीम के नाल सलाह मशवरा कर रहे हैं तो अगली कार्रवाई इन्हां दे खिलाफ की जाऊगी। हुण मैं संखेप दे विच तुहानूं इस खबर की पिठभूमि जरूर दस दियां। ये जिहड़ा बेअदबी मामला है, 1 जून 2015 ਨੂੰ श्री गुरु ग्रंथ साहब का पावन स्वरूप चोरी किया जाता है। 12 अक्तूबर ਨੂੰ पावन अंग गलियां विच खिलरे मिलते हैं। 14 अक्तूबर 2015 ਨੂੰ कोटकपूरा चौक ਅਤੇ बाइबल कलां दे विच सिख संगतां प्रदर्शन कर रही सी, उन्हां ते गोलीबारी कर दी जाती है। उस गोलीबारी दे विच पिंड सरावां दे गुरजीत सिंह ਅਤੇ बाइबल खुर दे कृष्ण भगवान की मौत हो जाती है। फिर यह मामला CBI के हवाले कर दिता जाता है। डेरा सच्चा सौदा के 6 प्रेमी गिरफ्तार कर ले जाते हैं, बाद में उन्होंने रिहाई हो जाती है। ਅਤੇ डेरा सिरसा के मुखी गुरमीत राम रहीम सिंह के खिलाफ भी बेअदबी मामले के नाल संबंधित FIR दर्ज कर दी जाती है। ਅਤੇ साल 2015 ਵਿੱਚ फरीदकोट के बुरज जवाहर सिंह वाला पिंड के गुरुद्वारे चों पवित्र ग्रंथ चोरी करने के दोष डेरा मुखी ਅਤੇ प्रेमियों ते लगदे ने ते FIR दर्ज कीतियां जांदियां ने। FIR नंबर 63 ਦੇ ਵਿੱਚ राम रहीम ਨੂੰ नामਜ਼ਦ ਕੀਤਾ ਜਾਂਦਾ ਹੈ। CBI ਦੇ ਸਮੇਤ ਜਾਂਚ ਟੀਮ ਸੈੱਟ ਭਾਵ 3 ਟੀਮਾਂ ਬਣੀਆਂ ਤੇ ਹੁਣ ਤੱਕ ਡੇਰਾ ਮੁਖੀ ਤੋਂ ਵੱਖ-ਵੱਖ ਸਮੇਂ ਤੇ ਜਾਂਚ ਪੜਤਾਲ ਕਰ ਚੁੱਕੀਆਂ ਨੇ। ਬੀਤੇ ਦਿਨੀ ਸੁਨਾਰੀਆ ਜੇਲ੍ਹ ਦੇ ਵਿੱਚ ਜਾ ਕੇ ਸਵਾਲ ਜਵਾਬ ਕੀਤੀ ਸੀ। ਉਹਨਾਂ ਨੇ ਕਿਸੇ ਸਵਾਲ ਦਾ ਜਵਾਬ ਸਹੀ ਤਰੀਕੇ ਨਾਲ ਦਿੱਤਾ ਨਹੀਂ ਸੀ, जिस करके SPS परमार की अगवाई वाली जांच टीम ने डेरे के कुछ प्रबंधकों को इस जांच के घेरे दायरे में शामिल कर लिया सी, पर वो पेश हो नहीं रहे। पर यह मैं दस दियां कि 2017 की पंजाब विधान सभा चोण दे विच यह मुद्दा एक वड्डा मुद्दा सी कि बेअदबियां का इंसाफ असीं लैके देंगे। कैप्टन अमरिंदर सिंह साबका हो चुके हैं, चरणजीत सिंह चन्नी होरां कोल कुछ हफ्तियां का समय वेखो कि यह सरकार रहिंदियां ਇਹ केस सुलझा लिया जाता जां अणसुलझिया रहिंदा है। इस तरह SDF की रिपोर्ट बीते दिन ही मानयोग अदालत के वलों यह कहना कि असीं तुहानूं रोकिया कोई नहीं होया, कार्रवाई अगे वधाओ। उहदे तो बाद चरणजीत सिंह चन्नी की सरकार फिर एक बारी घिरी हुई नज़र आ रही है। वेखदे हां कि वीरवार नूं SDF की रिपोर्ट खुलदी है जां नहीं, की नवजोत सिंह सिद्धू मरण वार्त ते बैठदे है जां नहीं। बहुत सारियां महत्वपूर्ण खबरां ने जिन्हां विच आउण वाले कुछ घंटिਆਂ ਵਿੱਚ ਵੱਡੀਆਂ ਅਪਡੇਟਸ ਮਿਲ ਸਕਦੀਆਂ ਨੇ। ਜਿਹੜੀਆਂ ਅਪਡੇਟਸ ਹੋਈਆਂ ਆਗਾਮੀ ਪ੍ਰੋਗਰਾਮ ਪੰਜਾਬ ਬੋਲਦਾ ਅਤੇ ਆਪਣੇ ਇਹ ਸ਼ੋਅ ਦੇ ਵਿੱਚ ਸ਼ਾਮਲ ਕਰ ਲਈਆਂ ਜਾਣਗੀਆਂ। ਸੋ ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਆਪਾਂ ਸ਼ਰਧਾ ਤੇ ਸਤਿਕਾਰ ਭੇਂਟ ਕਰਦੇ ਹਾਂ ਅਤੇ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ, ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਨੇ ਅਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਬਰਾਖਾ।